ਕਾਨੂੰਨ ਇਹ ਤੇ ਕਹਿੰਦਾ ਕਿ ਕੋਈ ਅੰਦਰ ਜਾਵੇ ਤੇ ਉਹਨੂੰ ਪੈਰੋਲ ਮਿਲ ਸਕਦੀ ਹੈ। ਫਿਰ ਕਾਨੂੰਨ ਤੇ ਬਾਕੀਆਂ ਲਈ ਵੀ ਕਹਿੰਦਾ। ਇੱਕ ਪਾਸੇ ਤੇ ਉਹ ਹੈ ਜਿਹੜੇ ਕਿ ਕੌਮ ਦੀ ਅਣਖ ਤੇ ਗੈਰਤ ਵਾਸਤੇ ਅੰਦਰ ਗਏ ਹੈ, ਉਹਨਾਂ ਬਾਰੇ ਮੈਂ ਨਾ ਮੁਕਾਬਲਾ ਤਾਂ ਨਹੀਂ ਕਰਦੀ। ਉਹਨਾਂ ਨੂੰ ਤੇ ਨਾ ਕੋਈ ਪੈਰੋਲ ਮਿਲਦੀ ਹੈ ਤੇ ਜੇ ਸਜ਼ਾਵਾਂ ਪੂਰੀਆਂ ਕਰ ਲਈਆਂ ਤੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਉਹਨਾਂ ਲਈ ਕਹਿੰਦੇ ਇਹ ਖਤਰਾ ਹੈ। ਜੇ ਦੇਸ਼ ਦੀ ਸਰਕਾਰ ਸਾਡੀ ਹੈ, ਹੋਮ ਮਿਨਿਸਟਰ ਸਾਡਾ, ਪ੍ਰਧਾਨ ਮੰਤਰੀ ਸਾਡਾ, ਤੇ ਫਿਰ ਸਾਡਾ ਕੌਣ? ਇਹੋ ਜਿਹਾ ਹਾਰਡਕੋਰ ਕ੍ਰਿਮੀਨਲ ਜਿਹੜਾ ਕਿ ਸਲਾਖਾਂ ਪਿੱਛੇ ਹੁੰਦਾ, ਉਹ ਇੰਨੀਆਂ ਪੈਰੋਲਾਂ ਭੁਗਤਦਾ ਕਿ ਉਹ ਇੰਨਾ ਵੱਡਾ ਹੋ ਗਿਆ ਕਿ ਕੇਂਦਰ ਨਾਲ ਸਿੱਧੀਆਂ ਗੱਲਾਂ ਬਾਤਾਂ ਨੇ ਉਹਦੀਆਂ, ਜੋ ਅੱਧਾ ਬਾਹਰ ਆ ਜਾਂਦਾ। ਸੌਦਾ ਸਾਧ 7ਵੇਂ ਪੈਰੋਲ ਦੇ ਉੱਤੇ 30 ਦਿਨਾਂ ਵਾਸਤੇ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਚੁੱਕਿਆ ਔਰ ਇਹ 7ਵਾਂ ਪੈਰੋਲ ਹੈ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਖਾਸਾ ਰੋਸ ਸਾਫ਼ ਦਿਖਾਈ ਦੇ ਰਿਹਾ। ਸੁਭਾਵਿਕ ਹੈ ਕਿਉਂਕਿ ਸਿੱਖ ਭਾਈਚਾਰੇ ਦੇ ਵਿੱਚ ਪਹਿਲਾਂ ਹੀ ਸੌਦਾ ਸਾਧ ਨੂੰ ਲੈ ਕੇ ਰੋਸ ਭੜਕਿਆ ਹੋਇਆ ਸੀ। 2015 ਤੋਂ ਬਾਅਦ ਹੀ ਇਹ ਰੋਸ ਵੇਖਣ ਨੂੰ ਮਿਲ ਗਿਆ ਸੀ। 2017 ਦੇ ਵਿੱਚ ਜੇਲ੍ਹ ਹੋ ਜਾਂਦੀ ਹੈ ਤੇ ਹੁਣ 7ਵੀਂ ਵਾਰ ਪੈਰੋਲ ਦੇ ਉੱਤੇ ਬਾਹਰ ਆ ਚੁੱਕਿਆ। ਦੱਸ ਦਈਏ ਕਿ ਸਾਲ ਦੇ ਵਿੱਚ ਇਹ ਦੂਸਰਾ ਪੈਰੋਲ ਹੈ। ਪਹਿਲਾਂ ਜਨਵਰੀ ਦੇ ਵਿੱਚ ਬਾਹਰ ਆਇਆ ਸੀ 40 ਦਿਨਾਂ ਵਾਸਤੇ ਔਰ ਹੁਣ 30 ਦਿਨਾਂ ਦਾ ਇਹ ਪੈਰੋਲ ਹੈ ਤੇ ਆ ਕੇ ਯੂਪੀ ਵਿੱਚ ਆਪਣੇ ਆਸ਼ਰਮ ਦੇ ਵਿੱਚ ਪਹੁੰਚਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਆਪਾਂ ਪਹੁੰਚੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਕੋਲ। ਚਰਚਾ ਕਰਨ ਦੀ ਕੋਸ਼ਿਸ਼ ਕਰਦੇ। ਬੀਬੀ ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਹੁਣੀ ਆਪਾਂ ਗੱਲ ਕਰ ਰਹੇ ਸੀ ਕਿ ਸੌਦਾ ਸਾਧ 7ਵੇਂ ਪੈਰੋਲ ਤੇ ਬਾਹਰ ਆ ਗਿਆ ਹੋਇਆ। 7ਵਾਂ ਪੈਰੋਲ ਹੈ, 30 ਦਿਨਾਂ ਦਾ ਪੈਰੋਲ ਹੈ। ਪਹਿਲਾਂ 40 ਦਿਨ ਬਾਹਰ ਆ ਗਿਆ, ਹੁਣ ਦੁਬਾਰਾ ਇਸੇ ਸਾਲ ਦੇ ਵਿੱਚ 30 ਦਿਨ ਬਾਹਰ ਆ ਗਿਆ। ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਨੇ। ਕਿਸ ਤਰ੍ਹਾਂ ਦੇਖ ਰਹੇ ਹੋ ਕਿ ਉਸ ਵੇਲੇ ਹੀ ਸੌਦਾ ਸਾਧ ਬਾਹਰ ਆਉਂਦਾ ਹੈ ਜਦੋਂ ਕੋਈ ਪੋਲੀਟੀਕਲੀ ਇਨਫਲੂਐਂਸਡ ਜਿਹੜੀ ਚੀਜ਼ ਹੋਣ ਵਾਲੀ ਹੁੰਦੀ ਹੈ, ਕੋਈ ਈਵੈਂਟ ਆਉਣ ਵਾਲਾ ਹੁੰਦਾ? ਦੇਖੋ, ਕਾਨੂੰਨ ਇਹ ਤੇ ਕਹਿੰਦਾ ਕਿ ਕੋਈ ਅੰਦਰ ਜਾਵੇ ਤੇ ਉਹਨੂੰ ਪੈਰੋਲ ਮਿਲ ਸਕਦੀ ਹੈ। ਫਿਰ ਕਾਨੂੰਨ ਤੇ ਬਾਕੀਆਂ ਲਈ ਵੀ ਕਹਿੰਦਾ ਕਿ ਉਹ ਅੰਦਰ ਜਾਵੇ ਤੇ ਉਹਨੂੰ ਪੈਰੋਲ ਮਿਲ ਸਕਦੀ ਹੈ। ਇੱਕ ਪਾਸੇ ਤੇ ਉਹ ਹੈ ਜਿਹੜੇ ਕਿ ਕੌਮ ਦੀ ਅਣਖ ਤੇ ਗੈਰਤ ਵਾਸਤੇ ਅੰਦਰ ਗਏ ਹੈ, ਉਹਨਾਂ ਬਾਰੇ ਮੈਂ ਨਾ ਮੁਕਾਬਲਾ ਤਾਂ ਨਹੀਂ ਕਰਦੀ। ਉਹਨਾਂ ਨੂੰ ਤੇ ਨਾ ਕੋਈ ਪੈਰੋਲ ਮਿਲਦੀ ਹੈ ਤੇ ਜੇ ਸਜ਼ਾਵਾਂ ਪੂਰੀਆਂ ਕਰ ਲਈਆਂ ਤੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਉਹਨਾਂ ਲਈ ਕਹਿੰਦੇ ਇਹ ਖਤਰਾ ਹੈ। ਪਰ ਇੱਕ ਪਾਸੇ ਉਹ ਵਿਅਕਤੀ ਹੈ ਜਿਹਨੇ ਇੰਨੇ ਸੰਗੀਨ ਦੋਸ਼ ਲੱਗੇ ਹੋਏ ਹੈ, ਜਿਹਦੇ ਤੇ ਬਲਾਤਕਾਰੀ ਵਰਗੇ ਦੋਸ਼, ਕਤਲਾਂ ਦੇ ਦੋਸ਼, ਫਿਰ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦਾ ਦੋਸ਼, ਫਿਰ ਚਲਾਨ ਪੇਸ਼ ਕੀਤਾ ਗਿਆ ਰਾਮ ਰਹੀਮ ਦੇ ਖਿਲਾਫ, ਉਹਦੇ ਵਿੱਚ ਇਹਦੀ ਨਾਮਜ਼ਦਗੀ ਆਉਂਦੀ ਹੈ। ਰਾਮ ਰਹੀਮ ਨੂੰ ਮਾਫੀ ਵਾਲਾ ਕੇਸ ਜਿਹੜਾ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰਿਆ ਹੋਇਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇੰਨੀਆਂ ਸੰਗੀਨ ਹੈ ਕਿ ਬਰਦਾਸ਼ਤ ਕੀਤੀਆਂ ਨਹੀਂ ਜਾ ਸਕਦੀਆਂ। ਅਤੇ ਵਾਰ-ਵਾਰ ਸਰਕਾਰਾਂ ਇਹਨੂੰ ਪੈਰੋਲ ਦੇ ਕੇ ਇਹ ਕਹਿ ਕੇ ਕਿ ਇਹਦੇ ਬਾਹਰ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਤਕਲੀਫ ਨਹੀਂ ਹੁੰਦੀ ਕਿਸੇ ਨੂੰ, ਕੋਈ ਕਿਸੇ ਕਿਸਮ ਦਾ ਪਰੇਸ਼ਾਨੀ ਨਹੀਂ ਆਉਂਦੀ, ਇਹ ਕਹਿ ਕੇ ਉਹਨੂੰ ਬਾਰ-ਬਾਰ ਪੈਰੋਲ 'ਤੇ ਭੇਜਣਾ, ਮੈਂ ਸਮਝਦੀ ਹਾਂ ਕਿ ਇੱਥੇ ਕਾਨੂੰਨ ਨਾਲ ਦੀ ਥਾਂ ਹੀ ਨਹੀਂ ਹੈਗੀ। ਸੋ ਮੈਂ ਮਤਲਬ ਇਹਨੂੰ ਸਮਝਦੀ ਹਾਂ ਸਰਕਾਰਾਂ ਦੀਆਂ ਚਾਲਾਂ ਗਲਤ ਨੇ। ਇਹ ਲੋਕਾਂ ਦੇ ਵਿੱਚ ਸਿਰਫ ਪ੍ਰਭਾਵ ਪਾ ਕੇ ਆਪਣਾ ਸਿਆਸੀ ਪੱਤਾ ਖੇਡਦੀਆਂ ਅਤੇ ਜਿਹੜੀ ਚੀਜ਼ ਨਹੀਂ ਕਰਨੀ ਚਾਹੀਦੀ ਉਹ ਕਰਦੇ ਆ, ਤਾਂ ਜੋ ਲੋਕਾਂ ਦੇ ਬਲੁੰਦਰੇ ਹੋਏ ਹਿਰਦੇ ਜਿਹੜੇ ਆ ਫਿਰ ਜਿਹੜੇ ਆ ਉਹ ਜ਼ਖਮ ਅੱਲੇ ਜਿਹੜੇ ਹੁੰਦੇ ਆ ਉਹ ਖੁੱਲ੍ਹ ਜਾਣ। ਸੋ ਇਹ ਬਹੁਤ ਮਾੜੀ ਗੱਲ ਕਰਦੇ ਆ ਜੀ। ਬਾਰ-ਬਾਰ ਉਹਨੂੰ ਬਾਹਰ ਭੇਜਣਾ, ਬਾਰ-ਬਾਰ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਣਾ, ਬਾਰ-ਬਾਰ ਉਹ ਹਿਰਦੇ ਬਲੁੰਦਰੇ ਜਾਣ ਜਿਹੜੇ ਕਿ ਅਜੇ ਵੀ ਤੜਪ ਰਹੇ ਆ। ਅਤੇ ਉਹ ਤੜਪਦੇ ਹੋਏ ਹਿਰਦੇ ਜਿਹੜੇ ਆ ਉਹ ਜਦੋਂ ਇਸ ਗੱਲ ਨੂੰ ਸੁਣਦੇ ਆ ਅਤੇ ਉਹ ਕਿਸੇ ਨਾ ਕਿਸੇ ਭੜਕਾਹਟ 'ਚ ਆ ਕੇ ਫਿਰ ਉਹੀ ਪਾਸੇ ਨੂੰ ਤੁਰਨਾ ਪੈਣ, ਇਸ ਗੱਲ ਦਾ ਡਰ ਵੀ ਹੁੰਦਾ। ਅੱਛਾ, ਆਪਾਂ ਹੁਣੀ ਇਲਜ਼ਾਮਾਂ ਦੀ ਗੱਲ ਕਰ ਰਹੇ ਸਾਂ ਅਤੇ ਜੇ ਇਲਜ਼ਾਮ ਹੀ ਦੇਖ ਲਈਏ ਤਾਂ ਇੰਨੇ ਸੰਗੀਨ ਨੇ ਕਿ 2 ਬਲਾਤਕਾਰ ਦੇ ਇਲਜ਼ਾਮ ਨੇ ਜਿਨ੍ਹਾਂ ਨੂੰ ਲੈ ਕੇ 10-10 ਸਾਲ ਦੀਆਂ ਵੱਖ ਕੈਦਾਂ ਨੇ। ਇਸ ਤੋਂ ਇਲਾਵਾ ਹੋਰ ਇੱਕ ਜਿਹੜਾ ਕਤਲ ਦਾ ਮਾਮਲਾ, ਉਸ ਦੇ ਵਿੱਚ ਉਮਰ ਕੈਦ ਹੈਗੀ ਹੈ ਔਰ ਉਸ ਦੇ ਨਾਲ ਹੀ ਅਜੇ ਤੱਕ ਤਾਂ ਇਲਜ਼ਾਮ ਬਰਗਾੜੀ ਬੇਅਦਬੀ ਦੇ ਵੀ ਲੱਗਦੇ ਨੇ, ਮੌੜ ਬੰਬ ਧਮਾਕੇ ਦੇ ਵੀ ਲੱਗਦੇ ਨੇ। ਇੰਨੇ ਇਲਜ਼ਾਮ ਹੋਣ ਦੇ ਬਾਵਜੂਦ ਵੀ ਇੱਕ ਵਿਅਕਤੀ ਸ਼ਰੇਆਮ ਬਾਹਰ ਆ ਜਾਂਦਾ ਹੈ, ਸਾਲ ਦੇ ਵਿੱਚ 2-2 3-3 ਪੈਰੋਲਾਂ ਭੁਗਤਦਾ ਆ। ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਸ਼ਹਿ ਹੈ, ਮਿਹਰਬਾਨੀ ਦੇ ਅਧੀਨ ਜਾ ਕੇ ਕੇਂਦਰ ਦੀ, ਤੇ ਉਹ ਬਾਹਰ ਆ ਰਿਹਾ। ਇਹਦਾ ਮਤਲਬ ਕਿ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ, ਲੋਕਾਂ ਦੀ ਜਿਹੜੀ ਤਕਲੀਫ ਹੈ ਉਹਨੂੰ ਕੋਈ ਮਹਿਸੂਸ ਹੀ ਨਹੀਂ ਕਰਦਾ। ਖਾਸ ਕਰਕੇ ਸਿੱਖਾਂ ਦੇ ਹਿਰਦੇ ਜਿਹੜੇ ਆ ਉਹ ਜਦੋਂ ਇਹਦੀ ਗੱਲ ਸੁਣਦੇ ਉਹ ਬਲੁੰਦਰੇ ਹੀ ਜਾਂਦੇ, ਦੁਖੀ ਹੋ ਜਾਂਦੇ ਆ, ਵੀ ਤੜਫਦੇ ਆ ਵੀ ਹੁੰਦਾ ਕੀ ਪਿਆ ਸਾਡੇ ਨਾਲ। ਇਸੇ ਲਈ ਤਾਂ ਸਿੱਖ ਜਿਹੜੇ ਆ ਉਹ ਮਹਿਸੂਸ ਕਰਦੇ ਕਿ ਅਸੀਂ ਤਾਂ ਸਾਰੀ ਜ਼ਿੰਦਗੀ ਗੁਲਾਮ ਹੀ ਰਹੇ ਹਾਂ ਅਤੇ ਸਦਾ ਹੀ ਅਸੀਂ ਪੀੜਾ ਹੀ ਚੱਲੀ।
ਸੋ ਮੈਂ ਸਮਝਦੀ ਹਾਂ ਕਿ ਸਿੱਖਾਂ ਨੂੰ ਜਿਨ੍ਹਾਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ, ਜਿਨ੍ਹਾਂ ਨੇ ਫਾਂਸੀਆਂ ਦੇ ਰੱਸੇ ਚਮ ਕੇ ਇੱਥੇ ਸਰਕਾਰਾਂ ਦੇ ਵਿੱਚ ਕੁਰਸੀਆਂ ਪੈਦਾ ਕੀਤੀਆਂ, ਮੈਂ ਕਹਿੰਦੀ ਹਾਂ ਕਿ ਇਹਨਾਂ ਨੇ ਕੋਈ ਕਦਰ ਨਹੀਂ ਕਰ ਰਹੇ ਉਹਨਾਂ ਲੋਕਾਂ ਦੀ ਆਵਾਜ਼। ਇਹੀ ਤੇ ਇਹਨਾਂ ਦੀ ਮਾਨਸਿਕਤਾ ਦੁਖੀ ਕਰਦੀ। ਮੈਂ ਇਸੇ ਲਈ ਤੇ ਕਿਹਾ ਸੀਗਾ, ਜਦੋਂ ਮੇਰੇ ਕੋਲ ਆਏ ਸੀ ਇੱਥੇ ਭਾਰਤੀ ਜਨਤਾ ਪਾਰਟੀ ਦੇ ਲੀਡਰ, ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਉਹਦੀ ਮਾਨਸਿਕਤਾ ਨੂੰ ਸਕੂਨ ਦਿਓ। ਸਿੱਖ ਦੀ ਮਾਨਸਿਕਤਾ ਜਦ ਤੱਕ ਆਜ਼ਾਦ ਨਹੀਂ ਹੁੰਦੀ, ਜਦ ਤੱਕ ਤਸੱਲੀ ਉਹਨੂੰ ਨਹੀਂ ਹੁੰਦੀ, ਉਨੀ ਚਿਰ ਤੱਕ ਉਹਨੇ ਤੜਫਦਾ ਹੀ ਰਹਿਣਾ। ਸੋ ਸਿੱਖਾਂ ਦੀ ਭਾਵਨਾ ਜਿਹੜੀ ਜੁੜੀ ਹੁੰਦੀ ਹੈ ਜਿੱਥੇ, ਤੁਸੀਂ ਉਹਨੂੰ ਕਿਉਂ ਬਾਰ-ਬਾਰ ਹੋਰ ਦੁਖੀ ਕਰਦੇ ਹੋ ਤਾਂ ਜੋ ਹੋਰ ਤੜਫ ਜਾਵੇ। ਸੋ ਇਹਦੇ ਨਾਲ ਉਹ ਤੜਫਦੇ ਹੈ, ਨਾ ਕਿ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਖੁਸ਼ੀ ਹੁੰਦੀ ਹੈ, ਕਿਉਂਕਿ ਉੱਥੇ ਤੇ ਗੁਰੂ ਤੋਂ ਬੇਮੁਖ ਲੋਕ ਜਾਣੇ ਹੁੰਦੇ ਹੈ। ਗੁਰੂ ਨੂੰ ਜਿਹੜਾ ਮੰਨਦਾ ਹੀ ਨਹੀਂ ਉਹ ਜਾਣਾ ਹੁੰਦਾ, ਅਤੇ ਜਿਨ੍ਹਾਂ ਦੇ ਗੁਰੂ ਦਾ ਅਪਮਾਨ ਹੋਇਆ ਹੁੰਦਾ ਉਹ ਬਰਦਾਸ਼ਤ ਨਹੀਂ ਕਰਦੇ। ਅੱਛਾ, ਇਸੇ ਮਾਮਲੇ ਦੇ ਬਾਰੇ ਜੇ ਮੈਂ ਗੱਲ ਕਰਾਂ ਤੇ ਬਲਜੀਤ ਸਿੰਘ ਦਾਦੂਵਾਲ ਦਾ ਇੱਕ ਬਿਆਨ ਸਾਹਮਣੇ ਆਉਂਦਾ ਤੇ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਇੱਕ ਨਿੱਜੀ ਚੈਨਲ ਦੇ ਉੱਤੇ ਕਿ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਕੋਈ ਰਹਿਨੁਮਾਈ ਹੈਗੀ ਹੈ ਇਹਦੇ ਉੱਤੇ, ਸੌਦਾ ਸਾਧ ਦੇ ਉੱਤੇ, ਤੇ ਉਹ ਕਹਿੰਦੇ ਨਹੀਂ, ਇਹ ਤਾਂ ਸਾਰਾ ਕੁਝ ਕਾਨੂੰਨ ਦੇ ਮੁਤਾਬਕ ਹੋ ਰਿਹਾ ਹੈ। ਪਹਿਲਾਂ ਇਸ ਗੱਲ ਦੀ ਨਿਖੇਧੀ ਕਰਦੇ ਆ, ਫਿਰ ਕਹਿੰਦੇ ਕਾਨੂੰਨ ਮੁਤਾਬਕ ਹੋ ਰਿਹਾ। ਇਹ ਅਚਾਨਕ ਜਿਹੜਾ ਯੂ ਟਰਨ ਲਿਆ ਗਿਆ ਦਾਦੂਵਾਲ ਤੋਂ, ਉਹਨਾਂ ਦੇ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਚਲੋ ਦੇਖੋ, ਉਹਨਾਂ ਦਾ ਫਰਜ਼ ਬਣਦਾ, ਉਹ ਜਿਸ ਸਰਕਾਰ ਨਾਲ ਜੁੜੇ ਹੋਏ ਹੈ ਅਤੇ ਉਹ ਉਹਨਾਂ ਨੂੰ ਸੇਵ ਵੀ ਕਰਦੇ ਹੈ। ਪਰ ਅਸੀਂ ਕਿਸੇ ਸਰਕਾਰ ਦੇ ਨਾਲ ਕੋਈ ਇਹ ਨਹੀਂ ਕਿ ਅਸੀਂ, ਸਰਕਾਰ ਦੇਸ਼ ਦੀ ਹੈ, ਸਰਕਾਰ ਸਾਡੀ ਹੈ, ਪਰ ਅਸੀਂ ਇਨਸਾਫ ਵੀ ਚਾਹੁੰਦੇ ਹਾਂ। ਜੇ ਦੇਸ਼ ਦੀ ਸਰਕਾਰ ਸਾਡੀ ਹੈ, ਹੋਮ ਮਿਨਿਸਟਰ ਸਾਡਾ, ਪ੍ਰਧਾਨ ਮੰਤਰੀ ਸਾਡਾ, ਤੇ ਫਿਰ ਸਾਡਾ ਕੌਣ ਸਾਨੂੰ ਵੀ ਤਾਂ ਖੁਸ਼ੀ ਦੇਣ, ਸਾਨੂੰ ਵੀ ਤਸੱਲੀ ਦੇਣ, ਸਾਨੂੰ ਵੀ ਸਕੂਨ ਦੇਣ, ਤਾਂ ਜੋ ਅਸੀਂ ਵੀ ਕਹਿ ਸਕੀਏ ਕਿ ਵਾਕਈ ਦੇਸ਼ ਦੀ ਸਰਕਾਰ ਨੇ ਇਨਸਾਫ ਕੀਤਾ। ਤੇ ਜੇ ਸਿੱਖਾਂ ਦੇ ਨਾਲ ਇਨਸਾਫ ਨਾ ਹੋਇਆ, ਜੇ ਪੰਥ ਨਾਲ ਇਨਸਾਫ ਨਾ ਹੋਇਆ, ਤੇ ਫਿਰ ਬਾਕੀ ਲੋਕਾਂ ਦਾ ਕੀ ਹਾਲ ਹੋਏਗਾ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਇੱਕ ਇਹੋ ਜਿਹਾ ਹਾਰਡਕੋਰ ਕ੍ਰਿਮੀਨਲ ਜਿਹੜਾ ਕਿ ਸਲਾਖਾਂ ਪਿੱਛੇ ਹੁੰਦਾ, ਉਹ ਇੰਨੀਆਂ ਪੈਰੋਲਾਂ ਭੁਗਤਦਾ ਕਿ ਉਹ ਇੰਨਾ ਵੱਡਾ ਹੋ ਗਿਆ ਕਿ ਕੇਂਦਰ ਨਾਲ ਸਿੱਧੀਆਂ ਗੱਲਾਂ ਬਾਤਾਂ ਨੇ ਉਹਦੀਆਂ ਜੋ ਅੱਧਾ ਬਾਹਰ ਆ ਜਾਂਦਾ। ਵੱਡੇ ਸਵਾਲ ਮੋਦੀ ਸਰਕਾਰ ਤੇ ਖੜੇ ਹੁੰਦੇ। ਗੱਲ ਤੇ ਇਹ ਹੈ ਜੀ ਕਿ ਜਿਹੜੇ ਉਹਨਾਂ ਦੇ ਪੈਰੋਕਾਰ ਬਣ ਜਾਂਦੇ ਹੈ, ਅੱਜ ਕੱਲ੍ਹ ਸਿਆਸਤ ਦੇ ਵਿੱਚ ਸਿਰਾਂ ਦੇ ਮੁੱਲ ਹੈ। ਜਿੰਨੇ ਸਿਰ ਜ਼ਿਆਦਾ ਹੋਣਗੇ ਉਨੀ ਸਿਆਸਤ ਉੱਧਰ ਨੂੰ ਝੁਕੇਗੀ। ਸੋ ਉੱਥੇ ਉਹ ਲੋਕਾਂ ਨੂੰ ਉਹਨਾਂ ਨੇ ਕਿਸ ਢੰਗ ਨਾਲ ਬੰਨੇ ਹੁੰਦੇ ਹੈ, ਕਿੱਦਾਂ ਉਹਨਾਂ ਨੂੰ ਭੰਬਲ ਭੁੱਸੇ 'ਚ ਪਾਏ ਹੁੰਦੇ। ਤੁਸੀਂ ਇਹ ਦੇਖੋ ਵੀ ਉਹਨਾਂ ਦੇ 'ਤੇ ਬਹੁਤ ਮਾੜੇ ਕਰਮ ਕੀਤੇ ਹੈ। ਮਰਦਾਂ ਨੂੰ ਨਿਪੁੰਸਕ ਤੱਕ ਬਣਾ ਦਿੱਤਾ, ਔਰ ਔਰਤਾਂ ਨੂੰ ਆਪਣੇ ਅੰਦਰ ਮਹਾਰਾਣੀਆਂ ਵਾਂਗੂ ਰੱਖ ਕੇ ਅਤੇ ਉਹਨਾਂ ਨੂੰ ਘਰਾਂ ਤੋਂ ਤੋੜ ਦਿੱਤਾ, ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਫੜ ਕੇ। ਸੋ ਜਿਹੜਾ ਬੰਦਾ ਇੰਨਾ ਮਾੜਾ ਹੋਵੇ, ਘਟੀਆ ਹੋਵੇ, ਮੈਂ ਕਹਿੰਦੀ ਸਿਆਸਤ ਵੀ ਉਹਦੇ ਸਿਰ 'ਤੇ ਕੋਈ ਖੇਡੀ ਜਾਵੇ। ਸਰਕਾਰਾਂ ਵੀ, ਪਾਰਟੀਆਂ ਵੀ ਜਿਹੜੀਆਂ ਉਹਨਾਂ ਨੂੰ ਵਰਤਣ ਦੀ ਕੋਈ ਕੋਸ਼ਿਸ਼ ਕਰਦੇ। ਇਹਨਾਂ ਨੂੰ ਤੇ ਲੋਕਾਂ ਨੂੰ ਬੁਲਾਉਣਾ ਨਹੀਂ ਚਾਹੀਦਾ, ਜਿੱਦਾਂ ਇੱਕ ਪਾਸੇ ਛੇਕੇ ਹੁੰਦੇ ਇਸ ਤਰ੍ਹਾਂ ਰਹਿਣੇ ਚਾਹੀਦੇ। ਉਹਨਾਂ ਨੂੰ ਸਮਝ ਆ ਜਾਵੇ ਕਿ ਨਹੀਂ ਭਾਈ, ਸਾਡੀ ਵੋਟ ਦੀ ਕੋਈ ਕੀਮਤ ਨਹੀਂ ਹੈਗੀ। ਸੋ ਇਹ ਜੇ ਇਹਨਾਂ ਨੇ ਇਕੱਲੀਆਂ ਵੋਟਾਂ ਹੀ ਦੇਖਣੀਆਂ, ਫਿਰ ਕਿਰਦਾਰ ਸਾਡੇ ਕਿੱਥੇ ਜਾਣਗੇ? ਇਸੇ ਲਈ ਤਾਂ ਸਾਡੇ ਦੇਸ਼ ਦੀ ਜਿਹੜੀ ਅੱਜ ਸੰਸਕ੍ਰਿਤੀ ਹੈ ਉਹਨੂੰ ਘੁਣ ਲੱਗ ਰਿਹਾ। ਬੀਬੀ ਜੀ, ਇੱਕ ਸਵਾਲ ਮੈਂ ਖਾਸ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ, ਸੌਦਾ ਸਾਧ ਮੁਤਲਕ ਹੀ ਸੌਦਾ ਸਾਧ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਕ ਇਲਜ਼ਾਮ ਲੱਗਿਆ ਸੀ ਬਹੁਤ ਵੱਡਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਮੁਆਫੀ ਦਵਾਈ ਹੈ ਬਹੁਤ ਵੱਡੇ ਮਾਮਲੇ ਦੇ ਵਿੱਚ। ਸਭ ਨੂੰ ਪਤਾ, ਸਾਰੇ ਜਿਹੜੇ ਲੋਕ ਨੇ ਇਸ ਗੱਲ ਦੀ ਨਿੰਦਾ ਕਰਦੇ ਸੀ। ਇਲਜ਼ਾਮ ਬਹੁਤ ਵੱਡਾ ਸੀ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਹੁਣ ਉਹੀ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਪੈਰੋਕਾਰ ਨੇ, ਉਹ ਇਸ ਗੱਲ ਦੀ ਟਵਿੱਟਰ ਦੇ ਉੱਤੇ ਨਿੰਦਾ ਕਰਦੇ ਨਜ਼ਰ ਆ ਰਹੇ ਨੇ। ਦੇਖੋ, ਅਸੀਂ ਤੇ ਜਿਸ ਵੇਲੇ ਘਟਨਾ ਵਾਪਰੀ ਸੀ, ਸਾਨੂੰ ਤੇ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀ। ਅਸੀਂ ਇਹ ਸੋਚਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨ ਕੀਤਾ ਗਿਆ, ਅਸੀਂ ਮੈਂਬਰ ਸੀ, ਗਏ, ਅਜੇ ਤੱਕ ਸਾਡੀ ਨੋਟੀਫਿਕੇਸ਼ਨ ਨਹੀਂ ਸੀ ਹੋਈ। ਇਹ 15 ਜਦੋਂ ਚੋਣ ਹੋਈ ਹੈ 11 ਦੇ ਵਿੱਚ, ਪਰ ਜਦੋਂ ਇਹ ਹੁਕਮ ਹੋਇਆ ਅਸੀਂ ਚੁੱਪ ਕਰਕੇ ਸੁਣ ਤੇ ਲਿਆ। ਮੱਕੜ ਸਾਹਿਬ ਨੇ ਐਲਾਨ ਕੀਤਾ ਤੇ ਸੁਣ ਲਿਆ, ਪਰ ਉਸੇ ਵੇਲੇ ਸਾਰੇ ਮੈਂਬਰਾਂ ਦੇ ਵਿੱਚ ਬੇਚੈਨੀ ਪੈਦਾ ਹੋ ਗਈ। ਉਹਨਾਂ ਨੇ ਕਿਹਾ ਵੀ ਇਹ ਗਲਤ ਹੈ, ਇਹ ਨਹੀਂ ਸੀ ਹੋਣਾ ਚਾਹੀਦਾ, ਕਿਉਂ ਕੀਤਾ ਗਿਆ? ਔਰ ਉਹ ਬੇਚੈਨੀ ਦਾ ਰਿਜ਼ਲਟ ਇਹ ਨਿਕਲਿਆ ਕਿ ਦੂਜੇ ਦਿਨ ਵਾਪਸ ਲੈਣਾ ਪਿਆ ਉਹਨੂੰ ਹੁਕਮ, ਮਤਲਬ ਸਿੰਘ ਸਾਹਿਬਾਂ ਨੂੰ ਆਪਣਾ ਮਤਾ ਜਿਹੜਾ ਸੀ ਦੁਬਾਰਾ ਹੁਕਮਨਾਮਾ ਜਾਰੀ ਕਰਨਾ ਪਿਆ। ਸੋ ਮੈਂ ਸਮਝਦੀ ਹਾਂ ਕਿ ਸਭ ਤੋਂ ਮਾੜੀ ਗੱਲ ਇਹ ਹੋਈ ਹੈ। ਮੈਂ ਆਪ ਵੀ ਇਸ ਗੱਲ ਨੂੰ ਸਹਿਮਤ ਹੈ, ਕਿਉਂਕਿ ਮੈਂ ਜਦੋਂ ਇਹਨੂੰ ਅਸੀਂ ਘੋਖਿਆ, ਜਦੋਂ ਅਸੀਂ ਇਹਨੂੰ ਖੋਜਿਆ ਵੀ ਹੋਇਆ ਕਿੱਦਾਂ, ਸਾਨੂੰ ਤੋਂ ਪਹਿਲਾਂ ਇਹ ਸੀ ਵੀ ਸਿੰਘ ਸਾਹਿਬ ਨੇ ਕਿਹਾ ਵੀ ਉਹ ਸਿੱਖ ਨਹੀਂ ਹੈਗਾ, ਅਸੀਂ ਉਹਨੂੰ ਬੁਲਾ ਨਹੀਂ ਸਕਦੇ, ਉਹਨੇ ਚਿੱਠੀ ਲਿਖ ਕੇ ਭੇਜੀ ਹੈ, ਮੈਨੂੰ ਮਾफ़ ਕਰ ਦਿੱਤਾ ਜਾਵੇ। ਇਸ ਕਰਕੇ ਉੱਥੇ ਲੜਾਈਆਂ ਝਗੜੇ ਬੜੇ ਪਏ ਹੈ, 500 ਦੇ ਕਰੀਬ ਉੱਥੇ ਕੇਸ ਦਰਜ ਹੋ ਗਏ ਹੈ। ਆਪਸ 'ਚ ਲੋਕੀ ਜਿਹੜੇ ਹੈ ਬਹੁਤ ਵੱਡਾ ਟੁੱਕੀ ਹੁੰਦੀ ਹੈ, ਕੇਸ ਦਰਜ ਕਰਾਏ ਜਾਂਦੇ ਹੈ, ਲੋਕ ਉਹਨਾਂ ਨੂੰ ਇੱਕ ਦੂਜੇ ਨੂੰ ਜੀਉਣ ਨਹੀਂ ਦਿੰਦੇ, ਅਤੇ ਸ਼ਾਂਤੀ ਬਣਾਉਣ ਵਾਸਤੇ ਕੀਤਾ ਜਾਏਗਾ।
ਅਸੀਂ ਵੀ ਉਸ ਵੇਲੇ ਚੁੱਪ ਰਹੇ ਵੀ ਸ਼ਾਇਦ ਇਹ ਹੋ ਸਕਦਾ ਕਿ ਪ੍ਰੋਬਲਮ ਜਿਹੜੀ ਆ ਰਹੀ ਉਹਨੂੰ ਹੱਲ ਕੱਢਣਾ ਹੋਵੇ ਇਹਨਾਂ ਨੇ। ਪਰ ਜਦੋਂ ਇਹ ਸਾਰੀ ਗੱਲ ਨੂੰ ਘੋਕ ਕੇ ਦੇਖਿਆ ਤੇ ਉਸ ਵੇਲੇ ਸਾਨੂੰ ਵੀ ਦੁੱਖ ਲੱਗਾ ਕਿ ਸਾਡੇ ਲੀਡਰਾਂ ਦਾ ਇਹਦੇ 'ਚ ਹੱਥ ਨਹੀਂ ਸੀ ਹੋਣਾ ਚਾਹੀਦਾ। ਜੇ ਸੱਚੀ ਮੁੱਚੀ ਚਿੱਠੀ ਆਈ ਸੀ ਤੇ ਸਿੰਘ ਸਾਹਿਬਾਨਾਂ ਨੂੰ ਇਹ 'ਤੇ ਵਿਚਾਰ ਕਰਨੀ ਚਾਹੀਦੀ ਸੀ, ਆਰਾਮ ਨਾਲ ਵਿਚਾਰ ਕਰਕੇ ਸਿੱਖ ਕੌਮ ਦੀਆਂ ਸਾਰੀਆਂ ਸੰਸਥਾਵਾਂ ਨੂੰ ਬੁਲਾਉਂਦੇ, ਪੁੱਛਦੇ ਵੀ ਇਹਦਾ ਕੀ ਕਰਨਾ ਚਾਹੀਦਾ। ਹੋ ਸਕਦਾ ਇਹਦਾ ਕੋਈ ਹੱਲ ਨਿਕਲ ਜਾਂਦਾ, ਪਰ ਇਹ ਦੁੱਖ ਹੀ ਸਾਰਿਆਂ ਨੂੰ ਇਸ ਗੱਲ ਦੀ ਲੱਗ ਰਿਹਾ ਕਿ ਪੰਥ ਦੀ ਸਰਕਾਰ ਸੀ, ਪੰਥ ਦੇ ਨੁਮਾਇੰਦਿਆਂ ਵੱਲੋਂ ਜੇ ਗੱਲ ਕੀਤੀ ਗਈ ਹੈ, ਇਸੇ ਕਰਕੇ ਅੱਜ ਤੱਕ ਸਿੱਖਾਂ ਦੇ ਰਗਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਥੱਲੇ ਨਹੀਂ ਜਾਂਦੀ ਪਈ, ਗਲੇ ਤੋਂ ਥੱਲੇ ਨਹੀਂ ਜਾਂਦੀ। ਉਹ ਇਹਨੂੰ ਮਾਫ ਹੀ ਨਹੀਂ ਕਰ ਸਕਦੀ। ਜਿੱਥੇ ਗੱਲ ਹੁੰਦੀ ਹੈ ਫਿਰ ਉਹੀ ਗੱਲ ਆ ਜਾਂਦੀ ਹੈ, ਜਿੱਥੇ ਗੱਲ ਆਉਂਦੀ ਹੈ ਫਿਰ ਉਹੀ ਗੱਲ ਦੁਹਰਾ ਦਿੰਦੇ ਆ। ਹਰ ਚੋਣ ਵਿੱਚ ਕੀ ਰੋਜ਼ ਕਿਤੇ ਕੋਈ ਗੱਲ ਹੋਵੇ ਤੇ ਬਸ ਉਹੀ ਰਾਮ ਰਹੀਮ, ਉਹੀ ਰਾਮ ਰਹੀਮ, ਉਹੀ ਸੌਦਾ ਸਾਧ ਫਿਰ ਦੁਬਾਰਾ ਲੋਕਾਂ ਦੇ ਦਿਮਾਗ 'ਚ ਆ ਜਾਂਦਾ। ਸੋ ਇਸ ਕਰਕੇ ਸਭ ਤੋਂ ਵੱਡਾ ਪਾਪ ਹੀ ਹੋਇਆ ਤੇ ਸਭ ਤੋਂ ਵੱਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਕਾਰਨਾਂ ਕਰਕੇ, ਬੇਅਦਬੀ ਕਰਕੇ ਤੇ ਮੌੜ ਬੰਬ ਕਾਂਡ ਕਰਕੇ, ਜਿਹੜਾ ਕਿ ਇਹਨਾਂ ਨੇ ਉਹ ਪਰਚਾ ਵਾਪਸ ਲੈ ਲਿਆ, ਚਲਾਨ ਨਹੀਂ ਪੇਸ਼ ਕੀਤਾ, ਉਹਨੂੰ ਬਰੀ ਮਤਲਬ ਉਹਨੂੰ ਫਾਰਗ ਕਰ ਦਿੱਤਾ। ਉਹ ਇੱਕ ਉਹ ਗੱਲ ਜੇ ਉਹ ਨਾ ਹੁੰਦੀ 2007 ਵਿੱਚ ਤੇ ਜਿਹੜਾ ਸਜ਼ਾ ਹੋ ਜਾਂਦੀ ਤੇ ਨਾ ਬੇਅਦਬੀ ਹੁੰਦੀ ਤੇ ਨਾ ਰਾਮ ਰਹੀਮ ਦੇ ਮਾफ़ ਕਰਨ ਵਾਲੀ ਗੱਲ ਹੁੰਦੀ। ਸੋ ਸਭ ਤੋਂ ਘਟਨਾਵਾਂ ਜੇ ਮਾੜੀਆਂ ਹੋਈਆਂ ਉਹਦੇ ਕਰਕੇ ਹੀ ਅੱਜ ਸਾਨੂੰ ਬੜਾ ਦੁੱਖ ਹੈ ਕਿ ਸਾਡੀਆਂ ਦੋਨੋਂ ਸੰਸਥਾਵਾਂ, ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕੌਮ ਦੀ ਇੱਕ ਬਹੁਤ ਵੱਡੀ ਸ਼ਕਤੀਸ਼ਾਲੀ ਸਾਡੀ ਪੰਜਾਬ ਦੀ ਪਾਰਟੀ ਸੀ, ਇਹਨੂੰ ਮਾਂ ਪਾਰਟੀ ਕਹਿੰਦੇ ਪੰਜਾਬ ਵਾਲੇ ਲੋਕ, ਉਹ ਵੀ ਖਤਮ ਹੋ ਰਹੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਅਕਸ ਦੁਨੀਆ ਵਿੱਚ ਇੱਕ ਨਿਵੇਕਲਾ ਸੀਗਾ, ਉਹਨੂੰ ਬਹੁਤ ਵੱਡਾ ਘੁਣ ਲੱਗ ਰਿਹਾ, ਬਹੁਤ ਵੱਡਾ ਨੁਕਸਾਨ ਹੋ ਰਿਹਾ। ਤੇ ਬਿਲਕੁਲ ਇਹ ਸਨ ਬੀਬੀ ਜਗੀਰ ਕੌਰ ਜੀ ਦੇ ਵਿਚਾਰ, ਔਰ ਇਸ ਮਾਮਲੇ ਨੂੰ ਲੈ ਕੇ ਸ਼ਾਇਦ ਹਰ ਸਿੱਖ ਧਰਮ ਨਾਲ ਤਾਲੁਕ ਰੱਖਣ ਵਾਲਾ ਵਿਅਕਤੀ ਇਹੀ ਵਿਚਾਰ ਰੱਖਦਾ ਹੋਵੇਗਾ, ਇਹੀ ਚੀਜ਼ਾਂ ਸੋਚਦਾ ਹੋਵੇਗਾ, ਕਿਉਂਕਿ ਹਰ ਵਿਅਕਤੀ ਦੀ ਜੋ ਸਿੱਖ ਭਾਈਚਾਰੇ ਦੇ ਨਾਲ ਤਾਲੁਕ ਰੱਖਦਾ ਉਸ ਦੀ ਆਤਮਾ ਵਿਲੁੰਦਰੀ ਗਈ ਸੀ ਉਸ ਵੇਲੇ ਜਦੋਂ ਇਹ ਹਾਲਾਤ ਬਣੇ ਸੀ। ਖੈਰ, ਇਸ ਮਾਮਲੇ ਨੂੰ ਲੈ ਕੇ 7ਵਾਂ ਪੈਰੋਲ ਹੈ ਔਰ 7ਵੇਂ ਪੈਰੋਲ ਤੋਂ ਬਾਅਦ ਕੀ ਕੁਝ ਹੋਵੇਗਾ, ਕਿਸ ਤਰ੍ਹਾਂ ਇਸ ਦਾ ਸਿਆਸੀਕਰਨ ਹੋਵੇਗਾ, ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਨਗੇ ਸਿਆਸਤ ਦੇ ਔਰ ਸੌਦਾ ਸਾਧ ਦੇ ਆਉਣ ਨਾਲ ਕੀ ਫਰਕ ਪੈਂਦਾ, ਉਹ ਤੁਹਾਨੂੰ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.